तंबाकू की तो गल आ गई, एक फोन नहीं कर दिता जाता, भुख हड़ताल रखी हुई सी उन्होंने, शायद खत्म करती होवे जो आप प्रोग्राम कर रहे हैं, पर ये किवें देखदे हो? कि जेल च डक लो उन्होंने UOP ला दो, UAPA हाँ जी NSA भी ला दो, तो फिर मतलब कि उन्होंने अंदर ही सड़ी जान। संघर्षी ਸਿੰਘ ने दसिया ਸੀਗਾ ਆਪਾਂ ਨੂੰ कि ਉੱਥੇ ਇੱਕ ਘਾਹ ਵਰਗੀ ਚੀਜ਼ ਉੱਗਦੀ ਆ, ਉਹਦੀ ਸਬਜ਼ੀ ਬਣਾ ਦਿੰਦੇ ਆ, ਦੱਸੋ ਜਾਂ ਦਾਲ ਬਣਾ ਦਿੰਦੇ ਆ, ਉਹਦਾ ਜਿੱਦਾਂ ਨਟੋੜ ਜਿਹਾ ਕੱਢ ਕੇ। ਸੋ ਇਹਨਾਂ ਨਾਲ ਵੀ ਕੁਛ ਇੱਦਾਂ ਲੱਗਦਾ ਇੱਦਾਂ ਦਾ ਹੀ ਹੋ ਰਿਹਾ। ਬਾਅਦ 'ਚ ਓਵਰ ਟਾਈਮ ਉਹਨਾਂ ਦੀ ਸਿਹਤ ਡਿਟੇਰੀਓਰੇਟ ਹੋ ਜਾਂਦੀ ਹੈ, ਫਿਰ ਕਈ ਵਾਰੀ ਉਹ ਪੂਰੇ ਹੀ ਹੋ ਜਾਂਦੇ ਆ, ਹੈ ਨਾ। ਅਤੇ ਇਹ ਵੀ ਹੋ ਸਕਦਾ ਕਿ ਸੁਣਿਆ ਜਾਂਦਾ ਕਿ ਸਲੋ ਪੋਇਜ਼ਨ ਵੀ ਕਈ ਵਾਰੀ ਸਰਵ ਕਰ ਦਿੰਦੇ ਆ ਜੇਲ੍ਹਾਂ 'ਚ। ਜਿਹੜੀਆਂ ਵੀ ਆਪਣੀਆਂ ਸੰਸਥਾਵਾਂ ਲੀਡਰਸ਼ਿਪ ਆ, ਉਹ ਇਹਦੇ 'ਤੇ ਕੋਈ ਹੋਣੀ ਨਹੀਂ ਚਾਹੀਦੀ, ਡਿਸਕਸ਼ਨ ਨਹੀਂ ਹੋਣੀ ਚਾਹੀਦੀ। ਜਿੱਦਾਂ ਐਗਰੀਮੈਂਟ ਕਿੱਦਾਂ ਕਰ ਸਕਦੇ ਵੀ ਸਾਡੇ ਸਿੰਘ ਇੰਨੇ ਦਿਨਾਂ ਤੋਂ ਕੀ ਉਹਨਾਂ ਨੇ ਗਲਤ ਕੀਤਾ ਸੀ, ਉਹਨਾਂ ਨੂੰ ਜਾਨੀ ਰਿਲੀਜ਼ ਕਰਨ ਜਾਨੀ ਉਦਮ ਕਰਨਾ ਚਾਹੀਦਾ ਵੀ ਉਹ ਛੇਤੀ ਤੋਂ ਛੇਤੀ ਬਾਹਰ ਆਉਣ। ਤੁਸੀਂ ਪਲੀਜ਼ ਕਹਿੰਦੇ ਹੋ, ਮੈਂ ਇੱਕ ਵੱਡਾ ਲੀਡਰ ਉਹਨਾਂ ਬਾਰੇ ਬੋਲਦਾ ਵੀ ਨਹੀਂ ਸੁਣਿਆ। ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਪੰਜਾਬ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਤਕਰੀਬਨ 2-2.5 ਮਹੀਨੇ ਤੋਂ ਡੱਕੇ ਹੋਏ ਨੇ, ਜਿਨ੍ਹਾਂ ਨੂੰ ਪੰਜਾਬ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ। ਫਿਰ ਅਸਾਮ ਦੀ ਜੇਲ੍ਹ ਦਿਬੜੂਗੜ੍ਹ ਜਿਹਨੂੰ ਕਿਹਾ ਜਾਂਦਾ ਹੈ, ਉੱਥੇ ਉਹਨਾਂ ਨੂੰ ਬੰਦ ਕੀਤਾ ਹੋਇਆ। ਸੋ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜਿਹੜੀ ਹੈ ਪਿਛਲੇ ਦਿਨੀ ਨਸ਼ਰ ਹੁੰਦੀ ਹੈ ਪੰਜਾਬ ਦੇ ਮੀਡੀਆ ਦੇ ਵਿੱਚ, ਉਹ ਇਹ ਸੀ ਕਿ ਉਹਨਾਂ ਨੂੰ ਖਾਣੇ ਦੇ ਵਿੱਚ ਤੰਬਾਕੂ ਜਿਹੜਾ ਯਾਨੀ ਕਿ ਆਟਾ ਜਦੋਂ ਗੁੰਨਿਆ ਜਾਂਦਾ ਰੋਟੀ ਪਾਣੀ ਬਣਾਉਣ ਵਾਸਤੇ, ਉਹਦੇ ਵਿੱਚ ਤੰਬਾਕੂ ਦੇਖਿਆ ਗਿਆ, ਯਾਨੀ ਕਿ ਤੰਬਾਕੂ ਮਿਕਸ ਕੀਤਾ ਜਾ ਰਿਹਾ। ਫਿਰ ਉਹਨਾਂ ਦੇ ਖਾਣ ਪੀਣ ਦੀਆਂ ਹੋਰ ਸਹੂਲਤਾਂ ਜਿਹੜੀਆਂ ਨੇ ਆਮ ਕੈਦੀਆਂ ਨਾਲੋਂ ਜਿਹੜੀਆਂ ਬਦਤਰ ਨੇ, ਯਾਨੀ ਕਿ ਬੈਡਸ ਨੇ। ਆਪਾਂ ਨਾਲੋਂ ਨਾਲ ਇਹ ਵੀ ਸੁਣਿਆ ਕਿ ਉਹਨਾਂ ਨੂੰ ਘਰ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਹੈਗੀ, ਉਹਨਾਂ ਨੂੰ ਫੋਨ ਤੱਕ ਨਹੀਂ ਕਰਨ ਦਿੱਤੇ ਜਾਂਦੇ। ਸੋ ਆਪਾਂ ਅੱਜ ਇਸੇ ਮਸਲੇ ਦੇ ਉੱਤੇ ਗੱਲ ਕਰਾਂਗੇ ਕਿ ਇਹ ਵਾਕਿਆ ਹੀ ਇਹ ਗੱਲ ਜਾਇਜ਼ ਹੈ ਜਾਂ ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ, ਜਾਂ ਫਿਰ ਉਹਨਾਂ ਨੂੰ ਸਿੱਖ ਹੋਣ ਕਰਕੇ ਉਹਨਾਂ ਦੀ ਵਿਚਾਰਧਾਰਾ ਦੇ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਇਹ ਮਤਲਬ ਕਿ ਪਛਤਾਉਣ ਵੀ ਇਹਨਾਂ ਨੇ ਕਰ ਕੀ ਦਿੱਤਾ ਹੈ, ਇਹਨਾਂ ਨੂੰ ਇਸ ਤਰ੍ਹਾਂ ਦਾ ਇਹਨਾਂ ਦਾ ਹਾਲ ਕਰ ਦਿਓ ਜੇਲ੍ਹ ਦੇ ਵਿੱਚ ਤਾਂ ਕਿ ਪਛਤਾਉਣ, ਜੇ ਕਿਤੇ ਬਾਹਰ ਇਹਨਾਂ ਨੂੰ ਕੱਢ ਵੀ ਦਈਏ ਤੇ ਕੰਨਾਂ ਨੂੰ ਹੱਥ ਲਾਉਣ। ਮਤਲਬ ਕਿ ਉਹਨਾਂ ਕੋਲੋਂ ਈਨ ਮਨਵਾਉਣ ਵਾਲੀ ਗੱਲ ਸ਼ਾਇਦ ਇਹ ਕੀਤੀ ਜਾ ਰਹੀ ਹੈ ਜੇ ਇਸ ਤਰ੍ਹਾਂ ਹੋ ਰਿਹਾ, ਕਿਉਂਕਿ ਇਸ ਦੇ ਖੁਲਾਸੇ ਨੇ ਬੀਬੀ ਕਿਰਨਦੀਪ ਕੌਰ ਜੋ ਕਿ ਉਹਨਾਂ ਦੀ ਧਰਮ ਪਤਨੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ, ਉਹ ਜਦੋਂ ਮਿਲ ਕੇ ਆਏ ਉਹਨਾਂ ਨੇ ਖੁਲਾਸੇ ਕੀਤੇ ਨੇ ਮੀਡੀਆ ਦੇ ਵਿੱਚ ਕਿ ਤੰਬਾਕੂ ਦਿੱਤਾ ਜਾ ਰਿਹਾ। ਹੁਣ ਇੱਕ ਅੰਮ੍ਰਿਤਧਾਰੀ ਸਿੱਖ ਹੈ, ਉਹਦਾ ਤੰਬਾਕੂ ਨਾਲ ਲੈਣ ਦੇਣ ਹੀ ਕੋਈ ਨਹੀਂ। ਇਹ ਆਮ ਅਕਸਰ ਆਪਾਂ ਸੁਣਦੇ ਹਾਂ ਕਿ ਗੁਰੂ ਸਾਹਿਬ ਦਾ ਘੋੜਾ ਜਿਹੜਾ ਤੰਬਾਕੂ ਵਾਲੇ ਖੇਤ 'ਚੋਂ ਨਹੀਂ ਲੰਘਿਆ। ਸੋ ਇੰਨਾ ਨਫ਼ਰਤ ਕਹਿ ਲਈਏ ਜਾਂ ਫਿਰ ਆਪਾਂ ਇਹਨਾਂ ਚੀਜ਼ਾਂ ਤੋਂ ਸਾਨੂੰ ਵਰਜਿਆ ਗਿਆ ਕਿ ਆਹ ਚੀਜ਼ਾਂ ਨਸ਼ਾ ਜਿਹੜਾ ਹੈ ਉਹ ਸਿੱਖੀ ਦੇ ਆਲੇ ਦੁਆਲੇ ਵੀ ਕਿਤੇ ਨਹੀਂ ਹੋਣਾ ਚਾਹੀਦਾ। ਸੋ ਅੰਮ੍ਰਿਤਧਾਰੀ ਸਿੱਖ ਉਹਨਾਂ ਨੂੰ ਤੰਬਾਕੂ ਦਿੱਤਾ ਜਾ ਰਿਹਾ ਜਾਣਬੁੱਝ ਕੇ, ਜਾਂ ਫਿਰ ਇਹਦੇ ਪਿੱਛੇ ਹੋਰ ਕਾਰਨ ਨੇ। ਤੇ ਇੱਕ ਹੋਰ ਸਵਾਲ ਹੈ ਕਿ ਕੀ ਸਿਰਫ ਤੰਬਾਕੂ ਹੀ ਦਿੱਤਾ ਜਾ ਰਿਹਾ ਜਾਂ ਫਿਰ ਕੁਝ ਹੋਰ ਵੀ ਜਿਹਦੇ ਨਾਲ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਸਿਹਤ ਖਰਾਬ ਹੋ ਜਾਏ। ਇਹਦੇ ਉੱਤੇ ਗੱਲ ਕਰਾਂਗੇ। ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓ ਜੁੜੇ ਹੋਏ ਨੇ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ ਭਾਈ ਸਾਹਿਬ। ਸੋ ਕਿੰਨਾ ਕੁ ਗੰਭੀਰ ਇਹ ਵਿਸ਼ਾ ਹੈਗਾ ਕਿ ਇੱਕ ਤਾਂ ਤੰਬਾਕੂ ਦੀ ਤਾਂ ਗੱਲ ਆ ਗਈ, ਇੱਕ ਫੋਨ ਨਹੀਂ ਕਰਨ ਦਿੱਤਾ ਜਾਂਦਾ, ਭੁੱਖ ਹੜਤਾਲ ਰੱਖੀ ਹੋਈ ਸੀ ਉਹਨਾਂ ਨੇ, ਸ਼ਾਇਦ ਖਤਮ ਕਰਤੀ ਹੋਵੇ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਪਰ ਇਹ ਕਿਵੇਂ ਦੇਖਦੇ ਹੋ? ਸੋ ਇਹ ਬਹੁਤ ਗੰਭੀਰ ਮਸਲਾ ਭਾਈ ਸਾਹਿਬ, ਬਿਕਾਜ਼ ਜਿਹੜੇ ਪਹਿਲਾਂ ਤਾਂ ਆਪਣੇ ਜਿਹੜੀਆਂ ਮੌਤਾਂ ਹੋ ਜਾਂਦੀਆਂ ਹੈ ਨਾ ਸਿੰਘਾਂ ਦੀਆਂ ਅਜੀਬ ਤਰੀਕੇ ਨਾਲ, ਜਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ, ਗੋਲੀਆਂ ਵੀ ਮਾਰ ਦਿੱਤੀਆਂ ਜਾਂਦੀਆਂ, ਕੁਛ ਵੀ ਇੱਦਾਂ ਹੈ ਨਾ, ਜਾਣੀ ਵੀ ਐਂਡ ਆਫ ਲਾਈਫ ਕਰਤਾ ਹੈ ਨਾ। ਤੇ ਇੱਕ ਇਹ ਹੁੰਦਾ ਤਰੀਕਾ ਕਿ ਜੇਲ੍ਹ 'ਚ ਡੱਕ ਲਓ, ਉਹਨਾਂ ਤੇ UOP ਲਾ ਦਿਓ, UAPA हाँ जी NSA ਵੀ ਲਾ ਦਿਓ, ਤੇ ਫਿਰ ਮਤਲਬ ਕਿ ਉਹਨਾਂ ਨੂੰ ਅੰਦਰ ਹੀ ਸੜੀ ਜਾਣ ਦਿਓ। ਜਾਣੀ 1-2 ਸਾਲ ਕਹਿੰਦੇ ਕਈ ਵਾਰੀ ਇਹਨਾਂ ਕੇਸਾਂ 'ਚ ਬੇਲ ਦੀ ਸੁਣਵਾਈ ਵੀ ਨਹੀਂ ਹੁੰਦੀ ਹੈ ਨਾ। ਤੇ ਜਾਣੀ ਇਹ ਹੈਗਾ ਟੌਰਚਰ ਦਾ ਤਰੀਕਾ। ਜਾਣੀ ਜੇ ਘਰਦਿਆਂ ਨੂੰ ਤੁਸੀਂ ਗੱਲ ਨਹੀਂ ਕਰ ਸਕਦੇ, ਪਤਾ ਨਹੀਂ ਉਹਨਾਂ ਦੇ ਹੋਰ ਹਾਲਾਤ ਕੀ ਹੋਣੇ, ਉਹਨਾਂ ਨੂੰ ਸੈਰ ਕਰਨ, ਜਿੰਮ ਵਗੈਰਾ ਕਰਨ ਦਿੰਦੇ ਆ, ਨਹੀਂ ਕਰਨ ਦਿੰਦੇ। ਤੇ ਜਿਹੜਾ ਤਾਂ ਫੂਡ ਦੀ ਆਪਾਂ ਅੱਗੇ ਵੀ ਗੱਲ ਕੀਤੀ ਸੀ, ਤੁਹਾਨੂੰ ਯਾਦ ਹੋਣਾ ਕਿਸੇ ਸੰਘਰਸ਼ੀ ਸਿੰਘ ਨੇ ਦੱਸਿਆ ਸੀਗਾ ਆਪਾਂ ਨੂੰ ਕਿ ਉੱਥੇ ਇੱਕ ਘਾਹ ਵਰਗੀ ਚੀਜ਼ ਉੱਗਦੀ ਆ, ਉਹਦੀ ਸਬਜ਼ੀ ਬਣਾ ਦਿੰਦੇ ਆ, ਦੱਸੋ ਜਾਂ ਦਾਲ ਬਣਾ ਦਿੰਦੇ ਆ, ਉਹਦਾ ਜਿੱਦਾਂ ਨਚੋੜ ਜਿਹਾ ਕੱਢ ਕੇ। ਸੋ ਇਹਨਾਂ ਨਾਲ ਵੀ ਕੁਛ ਇੱਦਾਂ ਲੱਗਦਾ ਇੱਦਾਂ ਦਾ ਹੀ ਹੋ ਰਿਹਾ। ਤੇ ਜਿਹੜਾ ਤਾਂ ਤੰਬਾਕੂ ਦੀ ਵਰਤੋਂ ਕਰਨ ਵਾਲੇ ਬੰਦੇ ਬਣਾ ਰਹੇ ਨੇ, ਜਿਨ੍ਹਾਂ ਨੂੰ ਉਹਨਾਂ ਦੀ ਜ਼ੁਬਾਨ ਸਮਝ ਨਹੀਂ ਲੱਗਦੀ, ਨਾ ਉਹਨਾਂ ਨੂੰ ਲੱਗੇ ਨਾ ਉਹਨਾਂ ਨੂੰ ਲੱਗੇ, ਜਾਣੀ ਇਹ ਵੀ ਟੌਰਚਰ ਹੀ ਆ। ਉਹੋ ਜਿਹੀ ਜਗ੍ਹਾ ਭੇਜੋ ਜਿੱਥੇ ਬਈ ਸਮਝ ਨਾ ਲੱਗੇ। ਉੱਥੇ ਪਰਿਵਾਰ 2000 ਕਿਲੋਮੀਟਰ ਦੂਰ ਜਾਣ ਦਾ ਸਾਧਨ ਕਿੰਨਾ ਡਿਫੀਕਲਟ ਹੋਊਗਾ, ਖਰਚਾ, ਜਿਹੜਾ ਹੈਡੇਕ, ਜਿਹੜੀ ਜਾਣੀ
ਸੇਫਟੀ ਆਪਦੀ ਵੀ, ਪਰਿਵਾਰ ਦੀ ਸੇਫਟੀ ਵੀ, ਉੱਥੇ ਪਹੁੰਚਣਾ ਹਨਾ। ਇੰਡੀਆ 'ਚ ਟਰੈਵਲ ਕਰਨਾ ਬਹੁਤ ਸੇਫਟੀ ਵੀ ਤੁਹਾਡੀ ਜ਼ਰੂਰੀ ਆ, ਖਰਚਾ ਵੀ, ਟਾਈਮ ਵੀ। ਹਾਂਜੀ, ਤੇ ਉਹ ਜਦੋਂ ਵੰਸ ਵੀਕ ਜਾਣਾ ਇਹੋ ਜਿਹੀ ਜਗ੍ਹਾ ਬਹੁਤ ਡਿਫਿਕਲਟ ਆ ਪਰਿਵਾਰਾਂ ਲਈ ਵੀ। ਇਹ ਜਾਣ ਬੁੱਝ ਕੇ, ਉਦੋਂ ਵੀ ਆਪਾਂ ਗੱਲ ਕੀਤੀ ਸੀ ਜਦੋਂ ਇਹਨਾਂ ਸਿੰਘਾਂ ਨੂੰ ਅੰਦਰ ਕਰਤਾ ਸੀ, ਕਿ ਇਹ ਇੰਨੇ ਦੂਰ ਜਾਣਾ ਜਾਣ ਕੇ ਆ, ਜਾਣ ਬੁੱਝ ਕੇ ਕੀਤਾ ਜਾ ਰਿਹਾ। ਹੋਸਟੇਟ ਆਲਮੋਸਟ ਨੇਪਾਲੀਆਂ ਵਰਗੇ ਨੇ ਉਹ ਬੰਦੇ ਜਿਹੜੇ ਉੱਥੇ ਕੰਮ ਕਰਦੇ ਆ, ਤੇ ਉਹਨਾਂ ਦੀ ਬੋਲਚਾਲ ਵੀ ਉਦਾਂ ਦੀ ਹੋਣੀ ਆ। ਸੋ ਜਿਹੜਾ ਤੰਬਾਕੂ ਸ਼ਾਇਦ ਜਾਣ ਬੁੱਝ ਕੇ ਪਾਇਆ ਜਾ ਰਿਹਾ ਹੋਵੇ, ਜਦ ਹੁਣ ਆਪਾਂ ਨੂੰ ਕੀ ਪਤਾ, ਜੇ ਕਹਿਣਾ ਨਹੀਂ ਆਪਾਂ ਚਾਹੁੰਦੇ, ਪਰ ਜੇ ਥੁੱਕ ਵੀ ਦੇਣ, ਆਪਾਂ ਇਹਨਾਂ ਮੁਲਕਾਂ 'ਚ ਕਹਿੰਦੇ ਆ ਜੇ ਤੁਸੀਂ ਕਿਸੇ ਰੈਸਟੋਰੈਂਟ ਤੋਂ ਵਗੈਰਾ ਖਾਂਦੇ ਹੋ ਤਾਂ ਉਹਨਾਂ ਨਾਲ ਨਾ ਖਰਾਬ ਕਰੋ ਰਿਲੇਸ਼ਨਸ਼ਿਪ, ਕਿਉਂਕਿ ਇਹ ਚੀਜ਼ਾਂ ਹੋ ਜਾਂਦੀਆਂ। ਭਾਜੀ ਮੇਰੇ ਅੱਖੀ ਦੇਖਣ ਦੀ ਗੱਲ ਹੈ, ਮੈਂ ਤੁਹਾਨੂੰ ਦੱਸ ਹੀ ਦਿੰਦਾ, ਇਹ ਅੱਖੀ ਦੇਖਣ ਦੀ ਗੱਲ ਹੈ। ਇੱਥੇ ਹੋਇਆ ਸਾਡੇ ਨਾਲ, ਇੱਕ ਰੈਸਟੋਰੈਂਟ 'ਚ ਆਪਾਂ ਕੰਮ ਕਰਦੇ ਸੀ, ਉਹ ਜਿਹੜਾ ਪੀਜ਼ਾ ਬਣਾਉਣ ਵਾਲਾ ਬੰਦਾ ਸਾਡੇ ਨਾਲ ਕੰਮ ਕਰਦਾ ਹੁੰਦਾ ਸੀ ਨਾ, ਉਹਦੀ ਕਿਸੇ ਕਸਟਮਰ ਨਾਲ ਲੱਗਦੀ ਸੀ। ਅੱਛਾ ਜੀ। ਹੈਨਾ, ਉਹ ਜਦੋਂ ਆਉਂਦਾ ਸੀਗਾ ਤੇ ਉਹਦੇ ਨਾਲ ਥੋੜੀ ਬਹੁਤੀ ਉਹਦੀ ਤੂੰ ਮੈਂ ਕਿਤੇ ਪਹਿਲਾਂ ਹੋਈ ਸੀ। ਉਹ ਭਾਜੀ ਪੀਜ਼ਾ ਲੈ ਕੇ ਸਾਡੇ ਕੋਲ ਆਇਆ, ਅੱਧਾ ਕੋਨੇ ਜਦੋਂ ਉੱਪਰ ਮਟੀਰੀਅਲ ਪਾ ਦਿੱਤਾ ਸੀ ਸਾਰੀ ਜੋ ਵੀ ਪਾਉਂਦੇ ਆ, ਬਾਅਦ ਸਾਨੂੰ ਕਹਿੰਦਾ ਵੀ ਇਹਦੇ ਉੱਤੇ ਥੁੱਕੋ ਤੁਸੀਂ। ਦੇਖੋ ਕਿੱਡੀ ਮਾੜੀ ਲੋਕਾਂ ਦੀ ਜ਼ਹਿਨੀਅਤ ਹੈਗੀ ਹੈ ਨਾ, ਸੋਚ। ਤੇ ਜੇ ਕਿਸੇ ਨਾਲ ਲੱਗਦੇ ਹੋ ਤੇ ਉਹਨੂੰ ਇਸ ਤਰ੍ਹਾਂ ਕਰੋ, ਹੈ ਨਾ। ਸੋ ਆਪਾਂ ਤੇ ਬਿਲਕੁਲ ਨਾ ਕਰ ਦਿੱਤੀ, ਕਿਉਂਕਿ ਸਾਡਾ ਤਾਂ ਸਿਸਟਮ ਹੀ ਬਿਲਕੁਲ ਅਲੱਗ ਹੈ ਨਾ। ਆਪਾਂ ਇਹ ਚੀਜ਼ਾਂ ਤੋਂ ਬਹੁਤ ਦੂਰ ਆ, ਗੰਦਗੀ ਤੋਂ ਸਾਰਾ ਕੁਝ ਪਰਹੇਜ਼ ਕਰਦੇ ਆ। ਉਹਨੇ ਸਾਡੇ ਦੇਖਦਿਆਂ ਸਾਹਮਣੇ ਉਹਦੇ ਉੱਤੇ ਥੁੱਕਿਆ, ਤੇ ਫਿਰ ਉਹਨੂੰ ਉਹਦੇ ਵਿੱਚ ਜਿਹੜੀ ਹੁੰਦੀ ਹੈ ਓਵਨ ਦੇ ਵਿੱਚ ਰੱਖਿਆ ਤੇ ਪੀਜ਼ਾ ਬਣਾਇਆ ਗਿਆ, ਹੈ ਨਾ। ਸੋ ਇਹ ਚੀਜ਼ਾਂ ਹੈਗੀਆਂ, ਜੇ ਕਿਸੇ ਨਾਲ ਮਾੜੀ ਮੋਟੀ ਵੀ ਲੱਗਦੀ। ਹੁਣ ਤਾਂ ਇੱਥੇ ਇਸ਼ੂ ਹੀ ਬੜਾ ਵੱਡਾ ਕਿ ਉਹ ਪੰਥਕ ਲੋਕ ਨੇ ਜਿਨ੍ਹਾਂ ਆਪਣੀ ਲੀਡਰਸ਼ਿਪ ਕਹਿ ਸਕਦੇ ਆਪਾਂ। ਹਾਂ ਬਿਲਕੁਲ, ਉਹਨਾਂ ਦੇ ਬਾਰੇ ਜੇਲ੍ਹ ਸਟਾਫ ਨੂੰ ਇਸ ਤਰ੍ਹਾਂ ਕਿਹਾ ਹੋਵੇ ਵੀ ਜਿੰਨਾ ਤੰਗ ਇਹਨਾਂ ਨੂੰ ਕਰ ਸਕਦੇ ਹੋ ਕਰੋ। ਕੀ ਪਤਾ ਕੀ ਕੀਤਾ ਜਾਂਦਾ, ਕੀ ਸੋ ਆਪਣੇ ਜਿਹੜੇ ਕਈ ਸਿੰਘ ਆਪਾਂ ਸੁਣਿਆ ਕਿ ਅੰਦਰ ਸੀਗੇ, ਫਿਰ ਉਹ ਹੈਲਥੀ ਸੀਗੇ, ਫਿਟ ਐਂਡ ਵੈਲ ਸੀਗੇ ਜਦੋਂ ਗਏ ਸੀਗੇ, ਬਾਅਦ ਚ ਓਵਰ ਟਾਈਮ ਉਹਨਾਂ ਦੀ ਸਿਹਤ ਡਿਟੇਰੀਓਰੇਟ ਹੋ ਜਾਂਦੀ ਹੈ, ਫਿਰ ਕਈ ਵਾਰੀ ਉਹ ਪੂਰੇ ਹੀ ਹੋ ਜਾਂਦੇ ਆ, ਹਨਾ। ਤੇ ਇਹ ਵੀ ਹੋ ਸਕਦਾ ਕਿ ਸੁਣਿਆ ਜਾਂਦਾ ਕਿ ਸਲੋ ਪੋਇਜ਼ਨ ਵੀ ਕਈ ਵਾਰੀ ਸਰਵ ਕਰ ਦਿੰਦੇ ਆ ਜੇਲ੍ਹਾਂ 'ਚ। ਸੋ ਆਪਾਂ ਇਹਨਾਂ ਦੇ ਟਰਸਟ ਜਮ੍ਹਾਂ ਨਹੀਂ ਕਰ ਸਕਦੇ। ਜਿਹੜੀਆਂ ਵੀ ਆਪਣੀਆਂ ਸੰਸਥਾਵਾਂ, ਲੀਡਰਸ਼ਿਪ ਆ, ਉਹ ਇਹਦੇ ਤੇ ਕੋਈ ਹੋਣੀ ਨਹੀਂ ਚਾਹੀਦੀ, ਡਿਸਕਸ਼ਨ ਨਹੀਂ ਹੋਣੀ ਚਾਹੀਦੀ। ਜਿੱਦਾਂ ਐਗਰੀਮੈਂਟ ਕਿੱਦਾਂ ਕਰ ਸਕਦੇ ਵੀ ਸਾਡੇ ਸਿੰਘ ਇੰਨੇ ਦਿਨਾਂ ਤੋਂ ਕੀ ਉਹਨਾਂ ਨੇ ਗਲਤ ਕੀਤਾ ਸੀ, ਉਹਨਾਂ ਨੂੰ ਜਾਨੀ ਰਿਲੀਜ਼ ਕਰਨ ਦਾ ਜਾਨੀ ਉਦਮ ਕਰਨਾ ਚਾਹੀਦਾ ਵੀ ਉਹ ਛੇਤੀ ਤੋਂ ਛੇਤੀ ਬਾਹਰ ਆਉਣ। ਤੁਸੀਂ ਰਿਲੀਜ਼ ਕਹਿੰਦੇ ਹੋ, ਮੈਂ ਤਾਂ ਕੋਈ ਵੱਡਾ ਲੀਡਰ ਉਹਨਾਂ ਬਾਰੇ ਬੋਲਦਾ ਵੀ ਨਹੀਂ ਸੁਣਿਆ। ਬੋਲਦੇ ਨਹੀਂ। ਹਾਂਜੀ ਸਹੀ ਹੈ ਜੀ। ਸਿੱਖ ਕੌਮ ਦੇ ਨੇ ਨਾ। ਹਾਂਜੀ ਤੇ ਸਾਰੇ ਇਸ਼ੂ ਚੱਕੇ ਜਾਂਦੇ ਨੇ। ਹੁਣ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ, ਉਹ ਤਾਂ ਨਾਮ ਵੀ ਨਹੀਂ ਲੈਂਦੀਆਂ ਇਹਨਾਂ ਦਾ। ਇਹ ਕੀ ਗੱਲ ਹੈ, ਮਤਲਬ ਕਿ ਨੌਜਵਾਨ ਫਿਰ ਜੇਲ੍ਹਾਂ ਦੇ ਵਿੱਚ ਹੀ ਸੁੱਟਣ ਨੂੰ ਰੱਖੇ, ਉਦਾਂ ਦੇ ਗੱਲ ਆਪਾਂ ਬਹੁਤ ਕਰਦੇ ਹਾਂ। ਇਹ ਸਾਡੀ ਤਰਾਜਦੀ ਆ ਕਿ ਪਰਿਵਾਰ ਤੇ ਸਿੰਘ ਸਿੰਘਣੀਆਂ ਕੁਰਬਾਨੀ ਦੇ ਦਿੰਦੇ ਆ, ਪਰ ਅਸੀਂ ਭੁੱਲ ਬਹੁਤ ਛੇਤੀ ਜਾਂਦੇ ਆ। ਹੁਣ ਕਈ ਰੀਸੈਂਟ ਟਾਈਮਸ 'ਚ ਹੀ ਡੈਥਾਂ ਹੋਈਆਂ, ਜਿੱਦਾਂ ਹੁਣ ਭਾਈ ਅਵਤਾਰ ਸਿੰਘ ਖੰਡਾ ਜੀ ਦੀ ਵੀ ਡੈਥ ਹੋਈ ਆ, ਹਨਾ। ਜੇ ਅਸੀਂ ਮਹਾਰਾਜ ਤੋਂ, ਸੰਗਤ ਤੋਂ ਡਰਦੇ ਆ, ਸਾਨੂੰ ਗੱਲ ਕਰਨੀ ਚਾਹੀਦੀ ਹੈ ਕਿ ਸਾਡੇ ਆਪ ਦੇ ਹੀ ਕਈ ਵਾਰੀ ਸਿੰਘ ਜਿਹੜੇ ਸਾਡੇ ਸਰਕਲ 'ਚ ਆਉਂਦੇ ਕਹਿ ਦਿੰਦੇ ਆ ਜੀ ਇਹ ਤਾਂ ਨੋਰਮਲੀ ਮੌਤ ਹੋਈ ਹੈ, ਹਨਾ। ਕਿ ਮਤਲਬ ਕਿ ਜੋ ਪਰਿਵਾਰ ਦੀ ਸੇਵਾ ਪੰਥ ਲਈ, ਜੋ ਉਹਨਾਂ ਨੇ ਸੰਘਰਸ਼ ਝੱਲਿਆ, ਜੋ ਉਹਨਾਂ ਨੇ ਤੰਗੀਆਂ ਦੇਖੀਆਂ, ਟੌਰਚਰ ਕੀਤਾ ਗਿਆ, ਸ਼ਹੀਦ ਕੀਤੇ ਗਏ ਉਹਨਾਂ ਦੇ ਪਰਿਵਾਰ ਦੇ ਮੈਂਬਰ, ਤੇ ਉਹਨਾਂ ਦਾ ਬੱਚਾ 35 ਸਾਲਾਂ ਦੀ ਏਜ ਤੇ ਇੱਥੇ ਹੀ ਖੜਾ ਸੀਗਾ। ਤੁਹਾਨੂੰ ਯਾਦ ਆ ਨਾ ਕਿੰਨੀ ਸੋਹਣੀਆਂ ਫੋਟੋਆਂ ਉਸ ਸਿੰਘ ਦੀਆਂ, ਤੇ ਅਸੀਂ ਕਹਿ ਦਈਦਾ ਜੀ ਕਿ ਉਦਾਂ ਹੀ ਹੋ ਗਿਆ, ਹਨਾ। ਉਹ ਜਿਹੜੇ ਇਹ ਸਾਡੀ ਟ੍ਰੈਜਡੀ ਆ। ਜਿਹੜਾ ਕੋਈ ਕੁਰਬਾਨੀ ਦਿੰਦਾ ਆਪਦੇ ਪੈਰੀ ਕਰਦਾ, ਉਹਨੂੰ ਪਤਾ ਕਿ ਸਾਡੇ ਪਿੱਛੇ ਬਹੁਤ ਥੋੜੀਆਂ ਗਿਣਤੀਆਂ ਵਾਲੇ ਰਹਿ ਜਾਣੇ। ਕੋਈ ਵੀ ਨਹੀਂ ਹੈ। ਹੁਣ ਮੈਂ ਤੁਹਾਡੇ ਨਾਲ, ਜਦੋਂ ਤੁਸੀਂ ਮੈਨੂੰ ਆਹ ਗੱਲ ਦੱਸੀ ਨਾ ਕਿ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਬਿਮਾਰੀ ਦੇ ਨਾਲ ਹੀ ਇਹ ਖਤਮ ਹੋ ਗਏ, ਫਿਰ ਆਪਾਂ ਇਤਿਹਾਸ ਵੱਲ ਦੇਖਦੇ ਹਾਂ ਵੀ ਅਸੀਂ ਜੇ 150-200 ਸਾਲ ਤੋਂ ਇਹ ਚੀਜ਼ਾਂ ਨਹੀਂ ਸਿੱਖੀਆਂ ਕਿ ਸਰਕਾਰਾਂ ਕਿਵੇਂ ਕੰਮ ਕਰਦੀਆਂ, ਵਿਰੋਧੀ ਕਿਵੇਂ ਕੰਮ ਕਰਦੇ ਆ। ਆਪਾਂ ਮਹਾਰਾਜਾ ਦਲੀਪ ਸਿੰਘ ਦੀ ਉਦਾਹਰਨ ਦਿੰਦੇ ਹੁੰਦੇ ਆ ਵੀ ਆਖਰ ਐਸਾ ਕੀ ਹੋ ਗਿਆ ਕਿ 50 ਸਾਲ ਦੀ ਉਮਰ ਦੇ ਵਿੱਚ ਇੱਕ ਪੈਰਿਸ ਦੇ ਹੋਟਲ ਦੇ ਵਿੱਚ ਉਹ ਸੁੱਤੇ ਰਹਿ ਗਏ। ਹੁਣ ਉੱਥੇ ਵੀ ਕਹਿ ਦਿੱਤਾ ਗਿਆ ਵੀ ਇਹ ਭਾਈ ਬਿਮਾਰੀ ਦੇ ਨਾਲ ਇਹਨਾਂ ਦੀ ਡੈਥ ਹੋ ਗਈ। ਅਗਲੀ ਉਦਾਹਰਨ ਦੇ ਦਿੰਦੇ ਆ, ਉਹਨਾਂ ਦੇ ਪੁੱਤਰ ਸੀ ਅਲੈਗਜ਼ੈਂਡਰ, ਇੱਕ ਦਾ ਨਾਮ ਮੈਨੂੰ ਯਾਦ ਹੈ, ਜਿਨ੍ਹਾਂ ਦੀ ਸਮਾਧ ਬਿਲਕੁਲ ਨਾਲ ਬਣੀ ਹੋਈ ਹੈ, ਅਲੈਗਜ਼ੈਂਡਰ। ਉਹ ਵੀ 15, 16, 17, 18 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਹੈ। ਉੱਥੇ ਵੀ ਕਹਿ ਦੋ ਵੀ ਭਾਈ ਬਿਮਾਰੀ ਦੇ ਨਾਲ ਹੀ ਗਏ ਸੀ। ਉਹਨਾਂ ਦੇ ਹੋਰ ਬੱਚੇ ਸੀਗੇ, ਉਹ ਵੀ ਜਵਾਨੀ ਦੇ ਵਿੱਚ ਹੀ ਚਲੇ ਗਏ। ਸੋ ਜਦੋਂ ਆਪਾਂ ਦੇਖਦੇ ਵੀ ਸਾਡੇ ਕੋਲ 150 ਸਾਲ ਦੀਆਂ ਉਦਾਹਰਨਾਂ ਨੇ, ਅੱਜ ਵੀ ਅਸੀਂ ਇਹ ਕਹੀ ਜਾਵਾਂਗੇ ਕਿ ਬਿਮਾਰੀ ਹੈ, ਤਾਂ ਫਿਰ ਕੋਈ ਐਕਸੀਡੈਂਟ ਹੈ, ਕਿਤੇ ਕੋਈ ਐਕਸੀਡੈਂਟ ਕਰਾ ਦਿੱਤਾ ਜਾਂਦਾ ਦੀਪ ਸਿੱਧੂ ਵਰਗੇ ਦਾ, ਕਿਤੇ ਯੋਗਾ ਸਿੰਘ ਖਾਲਿਸਤਾਨੀ ਦੇ ਵਿੱਚ ਮੋਟਰਸਾਈਕਲ ਮਾਰ ਦਿੱਤਾ ਜਾਂਦਾ ਹੈ, ਲੋ ਵੀ ਇਹ ਵੀ ਆਮ ਹੀ ਮੌਤ ਹੈ। ਸੋ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਨੇ, ਪਰ ਪਤਾ ਨਹੀਂ ਸ਼ਾਇਦ ਸਾਡਾ ਦਾਇਰਾ ਉਹਨਾਂ ਕਿ ਆਪਾਂ ਸੋਚਦੇ ਹੀ ਨਹੀਂ। ਦੀਪ ਨੇ ਕਿਹਾ ਨਹੀਂ ਸੀਗਾ, ਦੀਪ ਨੇ ਕਿਹਾ ਸੀਗਾ
ਉਹ ਕਰਕੇ ਉਹਨੂੰ ਵੀ ਬਹੁਤ ਬੁਰੀ ਤਰ੍ਹਾਂ ਅਟੈਕ ਕੀਤਾ ਗਿਆ ਸੀਗਾ, ਆਪਣਿਆਂ ਵੱਲੋਂ ਵੀ ਗੈਰਾਂ ਵੱਲੋਂ ਵੀ। ਜਿਹੜੇ ਕਿਸਾਨੀ ਮੋਰਚੇ ਦੇ ਉਦੋਂ ਆਗੂ ਸੀਗੇ, ਜਿਨ੍ਹਾਂ ਦੇ ਸ਼ਾਇਦ ਆਪਣੇ ਪੰਜਾਬੀ ਲੋਕ ਬਹੁਤ ਉਹਨਾਂ ਦੇ ਪਿੱਛੇ ਆਪਾਂ ਤੁਰ ਪਏ ਸੀਗੇ ਵੀ ਖਣੀ ਇਹ ਸਾਨੂੰ ਕੁਛ ਲਿਆ ਕੇ ਦਿਓਗੇ। ਤੇ ਜੇ ਆਪਾਂ ਕਹਿੰਦੇ ਵੀ ਸੀਗੇ ਦੇਖੋ ਜੀ ਇਹ ਗਲਤ ਜਾ ਰਹੇ, ਇਹ ਰੇਲ ਤੋਂ ਗਲਤ ਜਾ ਰਹੇ ਆ ਵੀ ਇਹਨਾਂ ਨੇ ਆਪਾਂ ਨੂੰ ਇਦਾਂ ਨਹੀਂ ਇਨਸਾਫ ਲਿਆ ਕੇ ਦੇਣਾ, ਤੇ ਆਪਣੇ ਬੰਦੇ ਕਹਿੰਦੇ ਯਾਰ ਤੁਸੀਂ ਮੋਰਚਾ ਤਾਂ ਜਿੱਤ ਲੈਂਦੇ, ਬਾਅਦ ਚ ਆਪਾਂ ਗੱਲਾਂ ਕਰ, ਬਾਅਦ ਚ ਕਿੰਨੇ ਦੇਖਿਆ, ਬਾਅਦ ਚ ਕਿੰਨੇ ਕਰਨਾ। ਉਹ ਮੋਰਚਾ ਜਿੱਤਿਆ ਗਿਆ, ਦੀਪ ਕਹਿੰਦਾ ਸੀਗਾ, ਜੇ ਮੈਨੂੰ ਯਾਦ ਹੋਵੇ ਤੁਸੀਂ ਮੈਨੂੰ ਕਰੈਕਟ ਕਰ ਦਿਓ, ਦੀਪ ਨੇ ਕਿਹਾ ਸੀਗਾ ਕਿ ਤੁਸੀਂ ਸਿਰਫ ਬਰਸੀਆਂ ਤੇ ਜਿਹੜੇ ਨਹੀਂ ਭੋਗਾਂ ਤੇ ਆਉਣ ਜੋਗੇ ਹੋ, ਤੇ ਜਿਹੜਾ ਨਹੀਂ ਫੁੱਲਾਂ ਦਾ ਹਾਰ ਮਾਲਾ ਫੋਟੋ ਤੇ ਪਾਉਣ ਜੋਗੇ ਹੋ। ਉਹ ਗੱਲ ਸਹੀ ਨਹੀਂ, ਉਹ ਵੀ ਨਹੀਂ ਬਣਾਉਂਦੇ ਮੈਨੂੰ ਤਾਂ ਲੱਗਦਾ, ਉਹ ਵੀ ਨਹੀਂ ਦੇਖ ਲੈਂਦੇ ਆ ਵੀ ਮਨਾ ਲਈ ਆ, ਬੜਾ ਵੱਡਾ ਇਕੱਠ ਕਰ ਲਿਆ ਪਿੰਡਾਂ ਦੇ ਵਿੱਚ, ਸ਼ਹਿਰ 'ਚ ਬੜਾ ਟੈਂਟ ਲਾਤਾ ਕਿੱਲਿਆਂ ਦੇ ਵਿੱਚ, ਸੋ ਆਪਾਂ ਇਹੀ ਕੁਝ ਕਰਨ ਜੋਗੇ ਆ। ਹਾਂਜੀ, ਨਾਲੇ ਇਹ ਕਹਿ ਦਿੱਤਾ ਜਾਂਦਾ ਵੀ ਅਸੀਂ ਤਾਂ ਇੱਥੋਂ ਹੀ ਸ਼ੁਰੂ ਹੋਏ ਆ, ਤੇ ਸਾਡਾ ਇੱਕ ਮਾਰੋਗੇ ਤੇ ਅਸੀਂ 10 ਅੱਗੇ ਕਰ ਦਿਆਂਗੇ, ਪਰ ਕਾਰਨ ਨਹੀਂ ਲੱਭੇ। ਮੇਰੇ ਦਿਲ ਦੀ ਗੱਲ ਭਾਈ ਸਾਹਿਬ ਇਹ ਆ ਕਿ ਕੌਣ ਤੁਰੂਗਾ ਜੇ ਅਸੀਂ ਜਿਨ੍ਹਾਂ ਨੇ ਕੁਰਬਾਨੀ ਕੀਤੀ। ਭਾਜੀ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਕੋਈ ਵੀ ਨਹੀਂ ਬੋਲ ਰਿਹਾ, ਮਤਲਬ ਕਿਸੇ ਵੱਡੇ ਲੀਡਰ ਦਾ। ਅਸੀਂ ਤਾਂ ਚਲੋ ਐਜ਼ ਮੀਡੀਆ ਗੱਲ ਕਰ ਰਹੇ ਹਾਂ ਕਿ ਚਲੋ ਪੰਜਾਬ ਦੇ ਨੌਜਵਾਨ ਨੇ, ਮਾੜੀ ਨਹੀਂ ਹੋਣੀ ਚਾਹੀਦੀ ਹੈ ਨਾ ਕਿਸੇ ਨਾਲ ਵੀ, ਜਿੰਨਾ ਕੁ ਕੀਤਾ ਕਾਨੂੰਨ ਦੇ ਮੁਤਾਬਕ ਉਹਨਾਂ ਕੁ ਕਰ ਦਿਓ। ਪਰ ਤੁਸੀਂ ਤਾਂ ਸਿੱਖ ਲੀਡਰ ਹੋ, ਮਤਲਬ ਕਹਿਣ ਦਾ ਵੀ ਜਿੰਨੇ ਵੀ ਪੰਜਾਬ 'ਚ ਬਾਹਰਲੇ ਦੇਸ਼ਾਂ 'ਚ ਲੀਡਰ ਨੇ, ਸੋ ਕੋਈ ਵੀ ਵੱਡੀ ਕੋਈ ਆਵਾਜ਼ ਨਹੀਂ ਚੁੱਕ ਰਿਹਾ ਵੀ ਠੀਕ ਹੈ ਜੀ ਕਹਿੰਦੇ। ਸੋ ਮੈਨੂੰ ਇਹ ਲੱਗਦਾ ਜਿੱਦਾਂ ਨਹੀਂ ਸਹਿਮ ਦਾ ਮਾਹੌਲ ਅਸੀਂ ਐਡਮਿਟ ਨਹੀਂ ਕਰਨਾ ਚਾਹੁੰਦੇ, ਮੇ ਬੀ ਅਸੀਂ ਜਿੱਦਾਂ ਸਾਡੇ ਈਗੋ ਹਰਟ ਹੁੰਦਾ, ਪਰ ਇਹ ਸਾਨੂੰ ਮੰਨਣਾ ਪਊਗਾ ਕਿ ਜੋ ਕੁਛ ਸਰਕਾਰਾਂ ਨੇ ਕੀਤਾ, ਭਾਵੇਂ ਇੱਥੇ ਭਾਵੇਂ ਇੰਡੀਆ ਕਹਿ ਲਓ, ਹੋਰ ਕੰਟਰੀਆਂ 'ਚ ਜੋ ਸਰਕਾਰਾਂ ਕਰ ਰਹੀਆਂ ਜਾਂ ਜਿਹੜੀਆਂ ਏਜੰਸੀਆਂ ਕਰ ਰਹੀਆਂ, ਉਹਨੇ ਡਰ ਦਾ ਮਾਹੌਲ ਹੀ ਇੰਨਾ ਪੈਦਾ ਕਰਤਾ ਕਿ ਜਿਹੜਾ ਨੋਰਮਲ ਪ੍ਰੋਗਰਾਮ ਨਾਲ ਅਸੀਂ ਚੱਲਣ ਨੂੰ ਰਾਜੀ ਆ, ਜਿਹੜੀ ਇਹ ਨਾ ਗੱਲ ਕਰ ਰਹੇ ਹਾਂ ਆਪਾਂ, ਅਸੀਂ ਇਹ ਨਹੀਂ ਕਹਿ ਰਹੇ ਅਸੀਂ ਵੀ ਕਰ ਰਹੇ ਹਾਂ, ਪਰ ਜਿਹੜੀ ਆਪਾਂ ਆਹ ਗੱਲ ਕਰਦੇ ਹਾਂ ਤੁਸੀਂ ਨੋਟ ਕੀਤਾ ਹੋਣਾ ਬਹੁਤ ਘੱਟ ਹੁੰਦੀ ਆ। ਤੇ ਜਦੋਂ ਹੁੰਦੀ ਵੀ ਆ ਫਿਰ ਅਸੀਂ ਉਹ ਲੱਤਾਂ ਖਿੱਚਣ ਤੇ ਲੱਗ ਜਾਂਦੇ ਕਿ ਨਹੀਂ ਜੀ ਇਹ ਤਾਂ ਉੱਦਾਂ ਹੀ ਮਾਰਿਆ ਗਿਆ, ਇਹਦਾ ਤਾਂ ਹੈਲਥ ਇਸ਼ੂ ਸੀ, ਯਾਨੀ ਉਹ ਐਡਰੈਸ ਕਰੀਏ ਅਸੀਂ ਚੀਜ਼ ਕਿ ਓਕੇ ਜਿਹੜੇ ਭਾਈ ਅਵਤਾਰ ਸਿੰਘ ਜੀ ਦੀ ਗੱਲ ਸੀ ਹੈ ਨਾ, ਜੇ ਅਸੀਂ ਕਹਿੰਦੇ ਆ ਕਿ ਜੀ ਨੋਰਮਲ ਡੈਥ ਸੀ, ਮੈਂ ਤਾਂ ਨੋਰਮਲ ਮੰਨਦਾ ਹੀ ਨਹੀਂ। ਜੇ ਨੋਰਮਲ ਹੋ ਵੀ ਗਈ, ਮੰਨ ਲਓ ਐਕਚੁਅਲੀ ਬਿਮਾਰ ਸੀਗੇ, ਇਹ ਚੀਜ਼ਾਂ ਪਹਿਲਾਂ ਤਾਂ ਪੈਦਾ ਕੀਤੀਆਂ ਜਾ ਸਕਦੀਆਂ ਜੇ ਸਰਕਾਰਾਂ ਏਜੰਸੀਆਂ ਚਾਹੁਣ, ਜਾਂ ਉਹਨਾਂ ਕੋਲ ਟੈਕਨੋਲੋਜੀ ਆ, ਹੋਰਾਂ ਕੋਲ ਵੀ, ਜਿੱਦਾਂ ਨਹੀਂ ਆਪਾਂ ਜੇ ਕਹੀਏ ਗੈਂਗਸਟਰ ਟਾਈਪ ਆਫ ਇੰਡੀਵਿਜੂਅਲਸ ਵੀ ਕਰ ਲੈਂਦੇ ਹੋਣੇ ਜੀ ਨੇ। ਪਰ ਜਿਹੜਾ ਮਾਨਸਿਕ ਤੌਰ ਤੇ ਇਹ ਵੀ ਅੱਜ ਕੱਲ੍ਹ ਮੈਂਟਲ ਹੈਲਥ ਨਾ ਇਹਨਾਂ ਕੰਟਰੀਆਂ 'ਚ ਬਹੁਤ ਵੱਡੀ ਆ। ਜਿਹੜਾ ਪਿੱਛੇ ਨਾ ਆਪਣਾ ਪੰਜਾਬੀ ਮਾਹੌਲ ਸੀਗਾ, ਜਿਹੜਾ ਸਾਡੀ ਸੋਚ ਸੀ, ਜੇ ਕੋਈ ਕਹਵੇ ਨਾ ਬਈ ਆਹ ਚੀਜ਼ ਮੈਂ ਕਰ ਦੇਣੀ ਹੈ, ਜਿਹੜੀ ਸੁਸਾਈਡ ਵਾਲੀ ਗੱਲ ਸੀ, ਜੇ ਕੋਈ ਕਹਵੇ ਨਾ ਮੇਰਾ ਹਾਲਾਤ ਇੰਨੇ ਬੈਡ ਆ, ਆਪਾਂ ਪਤਾ ਕੀ ਕਹਿੰਦੇ ਹੁੰਦੇ ਸੀ, ਲੈ ਯਾਰ ਐਵੇਂ ਗੱਲਾਂ ਮਾਰੀ, ਚੁੱਪ ਕਰਕੇ ਆਪਦਾ ਕੰਮ ਕਰ, ਇੱਦਾਂ ਦਾ ਸਾਡਾ ਹੁੰਦਾ ਸੀ। ਪਰ ਇਸ ਮੁਲਕਾਂ 'ਚ, ਇਹਨਾਂ ਮੁਲਕਾਂ 'ਚ ਹੁਣ ਸਮਝ ਗਏ ਆ ਲੋਕ, ਤੇ ਆਪਾਂ ਵੀ ਗੁਰਦੁਆਰਾ ਸਾਹਿਬ ਬਹੁਤ ਹੁਣ ਮੈਂਟਲ ਹੈਲਥ ਦੇ ਪ੍ਰੋਗਰਾਮ ਹੁੰਦੇ, ਇਹ ਹੁਣ ਲੋਕ ਸਮਝ ਗਏ ਆ ਕਿ ਇਹਨਾਂ ਚੀਜ਼ਾਂ ਨਾਲ ਵੀ ਮੌਤਾਂ ਹੋ ਰਹੀਆਂ। ਜੇ ਤੁਸੀਂ ਕਿਸੇ ਨੂੰ ਅਟੈਕ ਕਰੋ ਹੈ ਨਾ ਮੈਂਟਲੀ, ਜਿੱਦਾਂ ਹੁਣ ਉਹਨਾਂ ਦੀ ਮਾਤਾ ਜੀ ਨੂੰ, ਭੈਣ ਨੂੰ ਅਟੈਕ ਕੀਤਾ ਜਾ ਰਿਹਾ ਸੀ, ਹੁਣ ਭਾਈ ਅੰਮ੍ਰਿਤਪਾਲ ਸਿੰਘ ਹੋਣੀ ਆ, ਉਹਨਾਂ ਨੂੰ ਤਾਂ ਅੰਦਰ ਤਾੜਤਾ, ਉਹਨਾਂ ਦੇ ਬਾਹਰ ਜੇ ਪਰਿਵਾਰ ਨੂੰ ਤੰਗ ਕੀਤਾ ਜਾਵੇ ਫੋਰ ਐਗਜ਼ਾਮਪਲ, ਉਦੋਂ ਉਹਨਾਂ ਦਿਨਾਂ 'ਚ ਕੀਤਾ ਵੀ ਬਹੁਤ ਗਿਆ ਸੀ ਜਦੋਂ ਸਾਰਾ ਆਹ ਹਿਲਜੁਲ ਹੋ ਰਹੀ ਸੀ, ਹਨਾ। ਤੇ ਇਹਨਾਂ ਚੀਜ਼ਾਂ ਨਾਲ ਵੀ ਬੰਦਾ ਬਿਮਾਰ ਹੋ ਜਾਂਦਾ। ਬਿਲਕੁਲ ਬਿਲਕੁਲ, ਇਹਦੇ ਵਿੱਚ ਅੰਦਰੋਂ ਅੰਦਰੀ ਗਮ ਜਿਹੜਾ ਹੁੰਦਾ। ਹੁਣ ਜਿਹੜੇ ਕੈਨੇਡਾ 'ਚ ਆਪਾਂ ਮੌਤਾਂ ਦੀ ਗੱਲ ਕਰਦੇ ਹੁੰਦੇ ਆ ਨੌਜਵਾਨਾਂ ਦੀਆਂ, ਉਹ ਵੀ ਪ੍ਰੈਸ਼ਰ ਹੀ ਹੈ। ਹਾਂਜੀ, ਪ੍ਰੈਸ਼ਰ ਕਰਕੇ ਉਹ ਚੀਜ਼ਾਂ ਜਿਹੜੀਆਂ ਅੰਦਰ ਪੈਦਾ ਹੋ ਜਾਂਦੀਆਂ ਹੈ ਨਾ, ਬਹੁਤ ਸਾਰੇ ਰੋਗ ਬਣ ਜਾਂਦੇ ਆ, ਉਹ ਵੀ ਮੌਤਾਂ ਹੋ ਜਾਂਦੀਆਂ। ਪਰ ਕਿਤੇ ਨਾ ਕਿਤੇ ਕਾਰਨ ਜਿਹੜਾ ਹੈ ਉਹ ਇਸੇ ਤਰੀਕੇ ਦੇ ਬਣਦੇ ਆ। ਸੋ ਸਾਨੂੰ ਸਾਥ ਦੇਣਾ ਚਾਹੀਦਾ ਇੱਕ ਦੂਸਰੇ ਦਾ, ਇਹ ਨਹੀਂ ਕਿ ਇਹ ਹੱਸ ਕੇ ਪ੍ਰੈਸ ਕਾਨਫਰੰਸਾਂ ਕਰ ਲਈਏ, ਲਓ ਜੀ ਇਹ ਤਾਂ ਸਰਕਾਰ ਦੀ ਚਾਲ ਨਹੀਂ ਸਮਝੇ ਨੌਜਵਾਨ, ਸੋ ਆਹ ਨਹੀਂ ਕੀਤਾ, ਉਹ ਨਹੀਂ ਕੀਤਾ ਇਹਨਾਂ ਨੇ, ਹੈ ਨਾ। ਸੋ ਇਹੋ ਜਿਹੀਆਂ ਗੱਲਾਂ ਕਰਕੇ ਹੱਸ ਕੇ ਅਸੀਂ ਆਪਣੇ ਕੌਮ ਦੇ ਨੌਜਵਾਨਾਂ ਦੀ ਮਜ਼ਾਕ ਖਿੱਲੀ ਉਡਾਉਂਦੇ ਆ, ਸੋ ਤਾਂ ਕਿ ਫਿਰ ਕੋਈ ਅੱਗੇ, ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਨੌਜਵਾਨ ਜਿਹੜੇ ਆ ਉਹ ਤੁਰਦੇ ਰਹਿਣਗੇ, ਕਿਉਂਕਿ ਨੌਜਵਾਨ ਮਰ ਰਹੇ ਨੇ, ਲੀਡਰ ਐਸ਼ਾਂ ਕਰ ਰਹੇ ਆ। ਤੁਰੂਗੇ, ਮਹਾਰਾਜ ਦਾ ਪੰਥ ਚਲਾਇਆ, ਇਹ ਤਾਂ ਇਦਾਂ ਹੀ ਤੁਰੂਗਾ। ਇਹ ਜਾਣੀ ਮੈਨੂੰ ਕਿਸੇ ਨੇ ਦੱਸਿਆ ਵੀ ਬੜੀ ਕਮਾਲ ਦੀ ਗੱਲ ਕਹੀ ਸੀ 2 ਹਫ਼ਤੇ ਪਹਿਲਾਂ, ਕਹਿੰਦੇ ਜਿੱਦਾਂ ਤੁਹਾਡੇ ਨਾ ਸਕਸੈਸ ਵੱਲ ਨੂੰ ਤੁਸੀਂ ਜਾਣਦੇ ਹੋ, ਤੁਹਾਡੀ ਜਿਹੜੀ ਭੀੜ ਆ ਨਾ ਪਿੱਛੇ, ਉਹ ਘਟੀ ਜਾਂਦੀ ਆ। ਹੁਣ ਆਪਣੇ ਜਿਹੜੇ ਨੌਜਵਾਨ ਸੀਗੇ, ਜਿਹਦਾ ਸੰਤ ਜੀ ਨਾਲ ਵੀ ਇਹੀ ਚੀਜ਼ਾਂ ਹੋਈਆਂ ਹਨਾ, ਉਹਨਾਂ ਸਿੰਘਾਂ ਨਾਲ ਵੀ ਹੋਈਆਂ ਜਿਹੜੇ ਉਹਨਾਂ ਟਾਈਮਾਂ ਦੇ ਸੀ, ਉਹਨਾਂ ਤੇ ਵੀ ਅਟੈਕ ਕਰਾ ਦਿੱਤੇ ਗਏ, ਸ਼ਹੀਦ ਕਰ ਦਿੱਤਾ ਗਿਆ, ਹੋਰ ਹੀ ਸਟੋਰੀਆਂ ਬਣਾਤੀਆਂ ਬਾਅਦ ਚ, ਆਏ ਸੀ ਜਿੱਦਾਂ ਨਹੀਂ ਵੀ ਉਹਨਾਂ ਦਾ ਕੈਰੈਕਟਰ ਹੀ ਅਸੈਸੀਨੇਟ ਕਰਨਾ, ਵੀ ਉਹ ਵੀਕ ਬਣ ਜਾਣ। ਆਪਣੇ ਵੀ ਕਈ ਵਾਰੀ ਕਰ ਦਿੰਦੇ ਆ, ਸਰਕਾਰਾਂ ਏਜੰਸੀਆਂ ਨੇ ਤੇ ਕਰਨਾ ਹੀ ਆ। ਫਿਰ ਜਿਹੜਾ ਹੁਣ ਦੀਪ ਦਾ ਹੋ ਗਿਆ, ਭਾਈ ਅੰਮ੍ਰਿਤਪਾਲ ਸਿੰਘ ਦਾ ਹੋ ਗਿਆ, ਹੋਰ ਵੀ ਆਪਾਂ ਨਾਮੀ ਜਿੱਦਾਂ ਜਿਹੜੇ ਮੂਸੇ ਵਾਲੇ ਦੀ ਗੱਲ ਕਰ ਲਈਏ, ਸੰਦੀਪ ਦੀ ਕਰ ਲਈਏ,
ਇਦਾਂ ਬਹੁਤ ਵੱਡੇ ਨਾਮ ਜਿਹੜੇ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਸੀਗੇ ਉਹਨਾਂ ਨਾਲ ਇਹ ਚੀਜ਼ਾਂ ਹੋਈਆਂ, ਉਹਨਾਂ ਨੂੰ ਡਿਫਰੈਂਟ ਲੈਵਲ ਤੇ ਜਾਨੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਸੇਵਾ ਵੱਡੀ ਛੋਟੀ ਹੋ ਸਕਦੀ ਆ ਆਪਦੇ ਦਾਇਰੇ 'ਚ, ਪਰ ਉਹਨਾਂ ਦਾ ਮਕਸਦ ਇਹ ਸੀਗਾ ਕਿ ਆ ਜਿਹੜੀ ਚੀਜ਼ ਆ ਇਹਨੂੰ ਫਿਨਿਸ਼ ਕਰ ਦਈਏ। ਪਰ ਉਹ ਫਿਰ ਅਸੀਂ ਵੀ ਸਾਥ ਨਹੀਂ ਦਿੰਦੇ, ਅਸੀਂ ਨਾਲ ਨਹੀਂ ਤੁਰਦੇ। ਸਾਨੂੰ ਜੇ ਆਪਾਂ ਬਾਰ-ਬਾਰ ਭਾਈ ਸਾਹਿਬ ਗੱਲਾਂ ਕਰਦੇ ਆ ਇਹ, ਜੇ ਆਪਾਂ ਪ੍ਰਾਪਤੀਆਂ ਚਾਹੁੰਦੇ ਆ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪੈਣਾ। ਬਿਲਕੁਲ। ਸੋ ਪੰਜਾਬ ਸਰਕਾਰ ਨੂੰ ਵੀ ਜਿਹੜੀ ਹੈ ਅਪੀਲ ਹੈ ਕਿ ਠੀਕ ਹੈ ਜੋ ਹੋਇਆ ਉਹਦੇ ਵਿੱਚ ਬਹੁਤ ਵੱਡਾ ਰੋਲ ਤੁਹਾਡਾ ਵੀ ਸੀ, ਪਰ ਅੱਜ ਜੇਕਰ ਨੌਜਵਾਨਾਂ ਦੇ ਨਾਲ ਧੱਕਾ ਹੋ ਰਿਹਾ ਤੇ ਤੁਹਾਡੇ ਪੰਜਾਬ ਦੇ ਨੌਜਵਾਨ ਨੇ, ਸੋ ਉਹਨਾਂ ਨਾਲ ਖੜਨਾ ਵੀ ਤੁਹਾਡਾ ਫਰਜ਼ ਬਣਦਾ। ਪਹਿਲੀ ਗੱਲ ਤਾਂ ਉਹਨਾਂ ਨੂੰ ਪੰਜਾਬ 'ਚ ਤਬਦੀਲ ਕੀਤਾ ਜਾਵੇ, ਫਿਰ ਉਹਨਾਂ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਨੌਜਵਾਨੀ ਨੂੰ ਲੀਡ ਕਰਦੇ ਨੇ, ਲੀਡਰ ਨੇ ਉਹ, ਸੋ ਕੋਈ ਆਮ ਬੰਦੇ ਨਹੀਂ ਹੈਗੇ। ਸੋ ਵੈਸੇ ਤਾਂ ਆਮ ਲਈ ਵੀ ਸਾਰੇ ਜਿਹੜੇ ਪ੍ਰੋਟੋਕੋਲ ਜਿਹੜੇ ਆ ਉਹ ਸਹੀ ਹੋਣੇ ਚਾਹੀਦੇ ਆ, ਇਹ ਨਹੀਂ ਕਿ ਵੱਡੇ ਬੰਦੇ ਨਾਲ ਘੱਟ ਤੇ ਛੋਟੇ ਨਾਲ ਜ਼ਿਆਦਾ। ਸੋ ਸਾਰਾ ਇਹ ਜਿਹੜਾ ਹੈ ਸਿਸਟਮ ਨੂੰ ਸਮਝਣਾ ਪੈਣਾ। ਭਗਵੰਤ ਮਾਨ ਸਰਕਾਰ ਨੂੰ ਇਹਦੇ ਉੱਤੇ ਵੀ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਇਹਨੂੰ ਡੀਲ ਕਰਨਾ ਚਾਹੀਦਾ, ਕਿਵੇਂ ਕੀ ਹੈ। ਸੋ ਬਹੁਤ ਧੰਨਵਾਦ ਕਰਦਾ ਮੈਂ ਭਾਜੀ। ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।